Hello students, welcome back to my YouTube channel. So let's start next topic of unit 3rd, which is moving coil galvanometer. This is the most important article. ਬੱਚੇ ਜਾਂ ਤਾਂ ਐਗਜ਼ਾਮ ਦੇ ਵਿੱਚ ਸਾਈਕਲੋਟ੍ਰੋਨ ਪੁੱਛ ਲਿਆ ਜਾਂਦਾ ਜਾਂ ਲੌਂਗ ਕੁਐਸਚਨ ਦੇ ਵਿੱਚ ਮੂਵਿੰਗ ਕੋਇਲ ਗਲਵੈਨੋਮੀਟਰ ਪੁੱਛ ਲਿਆ ਜਾਂਦਾ ਸੋ ਇੰਪੋਰਟੈਂਟ ਹੈ ਇਹਦੇ ਨੂਮੈਰੀਕਲਸ ਵੀ ਉਨੇ ਹੀ ਇੰਪੋਰਟੈਂਟ ਆ ਸੋ ਇਹ ਆਰਟੀਕਲ ਧਿਆਨ ਨਾਲ ਸਮਝਣਾ ਸੋ ਲੈਟਸ ਸਟਾਰਟ ਵਿਦ ਦ ਡੈਫੀਨੇਸ਼ਨ ਮੂਵਿੰਗ ਕੋਇਲ ਗਲਵੈਨੋਮੀਟਰ सब तो पहला समझो कि मूविंग कॉइल गैल्वेनोमीटर है की चीज़ इट इज़ अ डिवाइस यूज टू डिटेक्ट स्मॉल करंट फ्लोइंग इन इलैक्ट्रिक सर्किट बच्चे हुण तक आप इलैक्ट्रिक सर्किट्स बारे पढ़ चुके हैं ठीक है सैकेंड यूनिट जो साडा सी उहदे विच मोस्टली असी इलैक्ट्रिक सर्किट्स पढ़े आ बाइट सर्किट लॉ हो गया एम्पेयर सर्किट लॉ हो गया इस सब दे विच असी सर्किट्स पढ़े आ सो कोई भी सर्किट आ अगर असी उहदे विच कोई स्मॉल करंट नूं डिटेक्ट करना है तो सानूं एक गलवैनोमीटर की जरूरत हुंदी आ सो गलवैनोमीटर एक इदां दा डिवाइस है जो यूज़ किया जाता किसी स्मॉल करंट नूं मैजर करन दे लई ठीक है जी इट इज़ यूज टू मैजर करंट एंड पोटेंशियल डिफरेंसिस सो इनू बेसिकली दो परपस लिए यूज़ किया जाता एक स्मॉल करंट के लिए और एक पोटेंशियल डिफरेंस के लिए ਹੁਣ ਤੁਹਾਡੇ ਦਿਮਾਗ ਵਿੱਚ ਕੁਐਸਚਨ ਆਇਆ ਹੋਣਾ ਕਿ ਕਰੰਟ ਮੈਜਰ ਕਰਨ ਦੇ ਲਈ ਅਸੀਂ ਐਂਪੀਅਰ ਯੂਜ਼ ਕਰ ਸਕਦੇ ਹਾਂ ਵੋਲਟ ਪੋਟੈਂਸ਼ੀਅਲ ਡਿਫਰੈਂਸ ਮੈਜਰ ਕਰਨ ਦੇ ਲਈ ਅਸੀਂ ਵੋਲਟਮੀਟਰ ਯੂਜ਼ ਕਰ ਸਕਦੇ ਹਾਂ ਫਿਰ ਅਸੀਂ ਗਲਵੈਨੋਮੀਟਰ ਕਿਉਂ ਯੂਜ਼ ਕਰ ਰਹੇ ਹਾਂ ਬੱਚੇ ਗਲਵੈਨੋਮੀਟਰ ਇੱਕ ਇਦਾਂ ਦਾ ਡਿਵਾਈਸ ਆ ਮੰਨ ਲਓ ਕਿ ਆ ਤੁਹਾਡੀ ਵਾਇਰ ਆ ਠੀਕ ਹੈ ਜੀ ਜਿੱਦਾਂ ਹੀ ਤੁਸੀਂ ਇਹਨੂੰ ਕਿਸੇ ਬੈਟਰੀ ਦੇ ਨਾਲ ਕਨੈਕਟ ਕੀਤਾ ਕਿ ਬਹੁਤ ਹਲਕਾ ਜਿਹਾ ਕਰੰਟ ਇਹਦੇ ਵਿੱਚ ਆ ਗਿਆ ਬਹੁਤ ਹਲਕਾ ਜਿਹਾ ਬਟ ਇੰਨਾ ਕਰੰਟ ਨਹੀਂ ਸੀ ਕਿ ਜਿਹੜਾ ਤੁਹਾਡਾ ਇੱਥੇ ਡਿਵਾਈਸ ਆ ਉਹ ਚੱਲ ਸਕੇ ठीक है ਉਹਦੇ ਵਿੱਚ ਕਰੰਟ ਜ਼ਰੂਰ ਆ ਗਿਆ ਬਟ ਬਹੁਤ ਜ਼ਿਆਦਾ ਛੋਟਾ ਕਰੰਟ ਆ ਜਾਂ ਬਹੁਤ ਜ਼ਿਆਦਾ ਛੋਟਾ ਪੋਟੈਂਸ਼ੀਅਲ ਡਿਫਰੈਂਸ ਆ ਸੋ ਇੱਕ ਗਲਵੈਨੋਮੀਟਰ ਇੱਕ ਇਦਾਂ ਦਾ ਡਿਵਾਈਸ ਆ ਜੋ ਸਮਾਲ ਕਰੰਟ ਨੂੰ ਛੋਟੇ ਜਿਹੇ ਕਰੰਟ ਨੂੰ ਵੀ ਡਿਫਲੈਕਸ਼ਨ ਸ਼ੋ ਕਰ ਦਿੰਦਾ ਆ ਸੋ ਰੀਡਿੰਗ ਸ਼ੋ ਕਰ ਦਿੰਦਾ ਗਲਵੈਨੋਮੀਟਰ ਇਸ ਕਰਕੇ ਅਸੀਂ ਗਲਵੈਨੋਮੀਟਰ ਲਾਂਚ ਕੀਤਾ ਜੋ ਸਮਾਲ ਕਰੰਟ ਨੂੰ ਸਪੈਸ਼ਲੀ ਸਮਾਲ ਕਰੰਟ ਨੂੰ ਮੈਜਰ ਕਰਨ ਦੇ ਵਿੱਚ ਹੈਲਪ ਕਰਦਾ ਨੈਕਸਟ ਇਜ਼ ਦਾ ਪ੍ਰਿੰਸੀਪਲ ਨੈਕਸਟ ਦੇਖੋ ਬੱਚੇ ਪ੍ਰਿੰਸੀਪਲ ਬੱਚੇ ਇੱਕ ਚੀਜ਼ ਦੀ ਰਿਕੁਐਸਟ ਹੈ ਧਿਆਨ ਨਾਲ ਸਪੈਲਿੰਗ ਚੈੱਕ ਕਰ ਲਓ ਇਟਸ ਪ੍ਰਿੰਸੀਪਲ PRINCIPLE ਪ੍ਰਿੰਸੀਪਲ मतलब सिद्धांत ਜਿਹੜਾ ਤੁਸੀਂ ਕਿਸੇ ਚੀਜ਼ ਦਾ ਸਿਧਾਂਤ फाइंड आउट करना ठीक है मोस्टली बच्चे प्रिंसीपल लिखते हैं आ वाली स्पैलिंग सो बच्चे वो प्रिंसीपल आ ਜਿਹੜੇ ਤੁਹਾਡੇ ਸਕੂਲ ਦੇ ਅੰਦਰ ਪ੍ਰਿੰਸੀਪਲ ਹੁੰਦੇ ਆ ਸੋ ਸਪੈਲਿੰਗ ਮਿਸਟੇਕ ਬਹੁਤ ਜ਼ਿਆਦਾ ਕਰਦੇ ਆ ਸਪੈਸ਼ਲੀ ਉਹ ਸਟੂਡੈਂਟਸ ਜਿਨ੍ਹਾਂ ਨੇ 10th ਤੱਕ ਪੰਜਾਬੀ ਮੀਡੀਅਮ ਦੇ ਵਿੱਚ ਸਾਇੰਸ ਕੀਤੀ ਹੁੰਦੀ ਆ ਉਹ ਵਾਲੇ ਬੱਚੇ ਸਪੈਲਿੰਗ ਦੀ ਮਿਸਟੇਕ ਕਰਦੇ ਆ ਸੋ ਧਿਆਨ ਰੱਖੋ ਬੱਚੇ ਪ੍ਰਿੰਸੀਪਲ ਦੇ ਸਪੈਲਿੰਗ ਇਟ ਇਜ਼ ਬੇਸਡ ਅਪਨ ਦ ਪ੍ਰਿੰਸੀਪਲ ਦੈਟ ਵੈਨ ਅ ਕਰੰਟ carrying coil is placed in external magnetic field ਧਿਆਨ ਨਾਲ ਸਮਝੋ ਕਹਿੰਦੇ ਉਸ ਪ੍ਰਿੰਸੀਪਲ ਦੇ ਸਿਧਾਂਤ ਤੇ ਬੇਸਡ ਆ when current carrying coil is placed ਅਸੀਂ ਇੱਕ ਕਰੰਟ ਕੈਰਿੰਗ ਕੋਇਲ ਲੈ ਲਈ ਠੀਕ ਹੈ ਇੱਕ ਇਦਾਂ ਦੀ ਕੋਇਲ ਜਿਹਦੇ ਆਲੇ ਦੁਆਲੇ ਅਸੀਂ ਕੋਈ ਵਾਇਰ ਨੂੰ ਬਾਉਂਡ ਕਰ ਦਿੱਤਾ ਇਸ ਤਰੀਕੇ ਨਾਲ ਠੀਕ ਹੈ ਇਹਨੂੰ ਅਸੀਂ ਕਿਹਦੇ ਅੰਦਰ ਰੱਖਿਆ ਐਕਸਟਰਨਲ ਮੈਗਨੈਟਿਕ ਫੀਲਡ ਦੇ ਅੰਦਰ ਇਟ ਮੀਨਸ ਕਿ ਅਸੀਂ ਦੋ ਮੈਗਨੇਟਸ ਲੈ ਰਹੇ ਹਾਂ ਨਾਰਥ ਪੋਲ ਐਂਡ ਸਾਊਥ ਪੋਲ ਸੋ ਇੱਕ ਪਰਟੀਕੂਲਰ ਕਿਸੇ ਕੋਇਲ ਨੂੰ ਕਰੰਟ ਕੈਰਿੰਗ ਕੋਇਲ ਨੂੰ ਅਸੀਂ ਦੋ ਮੈਗਨੇਟਸ ਦੇ ਵਿਚਕਾਰ ਰੱਖ ਦਿੱਤਾ ਇਟ ਐਕਸਪੀਰੀਅੰਸ ਟਾਰਕ ਜਿੱਦਾਂ ਹੀ ਤੁਹਾਨੂੰ ਪਤਾ ਕਿ ਮੈਗਨੈਟਿਕ ਫੀਲਡ ਆਲਵੇਜ਼ ਕਿੱਧਰ ਨੂੰ ਜਾਂਦੀ ਆ ਨਾਰਥ ਟੂ ਸਾਊਥ ਪੋਲ ਠੀਕ ਹੈ ਨਾਰਥ ਤੋਂ ਸਾਊਥ ਵੱਲ ਮੂਵ ਕਰਦੀ ਆ ਇਹਦਾ ਮਤਲਬ ਇਸ ਮੈਗਨੈਟਿਕ ਫੀਲਡ ਦੀ ਵਜ੍ਹਾ ਨਾਲ ਜੋ ਤੁਹਾਡਾ ਸੈਂਟਰ ਦੇ ਵਿੱਚ ਬਚਿਆ ਕੋਇਲ ਆ ਇਸ ਕੋਇਲ ਦੇ ਵਿੱਚ ਟਾਰਕ ਪ੍ਰੋਡਿਊਸ ਹੋ ਜਾਏਗਾ ਟਾਰਕ ਮਤਲਬ ਡਿਫਲੈਕਸ਼ਨ ਹੋਣੀ ਸਟਾਰਟ ਹੋ ਜਾਏਗੀ ਐਂਡ ਗੈਟ ਡਿਫਲੈਕਟਡ ਮਤਲਬ ਇਹਨੇ ਹਿਲਣਾ ਸਟਾਰਟ ਕਰ ਦੇਣਾ ਇੱਕ ਪੋਜੀਸ਼ਨ ਤੋਂ ਦੂਸਰੀ ਪੋਜੀਸ਼ਨ ਦੇ ਵਿੱਚ ਹੁਣ ਮੰਨ ਲਓ ਬੱਚੇ ਤੁਸੀਂ ਆਪਣੀ ਕਾਪੀ ਲੈ ਲਓ ठीक है कॉपी ਨੂੰ ਆਪਣੇ ਹੱਥ ਵਿੱਚ ਸਮਝਾਉਣ ਦੇ ਲਈ ਤੁਹਾਨੂੰ ਸਮਝਾਉਣ ਦੇ ਲਈ ਐਗਜ਼ਾਮਪਲ ਲੈ ਰਹੀ ਹਾਂ ਆਪਣੀ ਜੋ ਕਾਪੀ ਆਪਣੇ ਹੱਥ ਵਿੱਚ ਪਕੜ ਲਓ ਔਰ ਉਹਨੂੰ ਘੁਮਾਉਣਾ ਸਟਾਰਟ ਕਰ ਦਿਓ ਮਤਲਬ ਇੱਕ ਅੰਗੂਠਾ ਇੱਧਰ ਰੱਖ ਲਓ ਫਿੰਗਰਸ ਇੱਧਰ ਰੱਖ ਲਓ ਤੇ ਇਹਨੂੰ ਗੋਲ ਗੋਲ ਘੁਮਾਉਣਾ ਸਟਾਰਟ ਕਰ ਦਿਓ ਹੁਣ ਆਹ ਵਾਲਾ ਐਜ ਕਦੇ ਇਸ ਤਰਫ ਆ ਜੇ ਆਪਣੇ ਵੱਲ ਘੁਮਾ ਲੂੰਗੇ ਤਾਂ ਇਹ ਇੱਦਾਂ ਆ ਜਾਏਗਾ ਠੀਕ ਹੈ ਤੁਹਾਡੇ ਵੱਲ ਆ ਜਾਏਗੀ ਦੈਨ ਇਹਨੂੰ ਫਿਰ ਘੁਮਾ ਦਿਓ ਇਹਦਾ ਬੈਕ ਸਾਈਡ ਤੁਹਾਡੇ ਵੱਲ ਆ ਜਾਏਗੀ ਆ ਕੀ ਸੀ ਫਰੰਟ ठीक है फ्रंट साइड आखी है थोड़ी बैक साइड कॉपी दी ठीक है इदा करके जी कोयल आ बच्चे गोल गोल घूमनी स्टार्ट कर देंदी आ ठीक है सो नैक्सट आप पढ़ते हैं यदि कंस्ट्रक्शन कि बनया किस तरीके ना सब तो पहला बच्चे डायग्राम ते फोकस करना आ मोस्टली बच्चे डायग्राम दे विच मिसटेक करते हैं सो डायग्राम असी बिल्कुल परफेक्ट बनानी आ सब तो पहला सेंटर दे विच की लेता तुसी एल देख रहे हैं दिस इज द कोयल एक सॉफ्ट आयरन कोयल ठीक है सो इत्थे एरो पा के लिख दो सॉफ्ट आयरन कोर
सो एक सॉफ्ट आयरन कोर एक लित्ती, ਉਹਦੇ ਆਲੇ ਦੁਆਲੇ ਇੱਕ ਅਸੀਂ ਵਾਇਰ ਨੂੰ ਬਾਉਂਡ ਕਰ ਦਿੱਤਾ। ਬੱਚੇ ਆ ਦਿਖ ਰਹੀ ਆ। ਸੋ ਅਸੀਂ ਕੀ ਕੀਤਾ, ਇੱਕ ਵਾਇਰ ਨੂੰ ਬਾਉਂਡ ਕਰ ਦਿੱਤਾ। ਆਹੀ ਵਾਇਰ ਜਿਹੜੀ ਆ ਨੀਚੇ ਨੂੰ ਜਾ ਰਹੀ ਆ, ਧਿਆਨ ਨਾਲ ਦੇਖੋ ਆ ਨੀਚੇ ਜਾ ਰਹੀ ਆ। ਬੱਚੇ ਇੱਥੇ ਇੱਕ ਸਪਰਿੰਗ ਲੱਗਿਆ ਹੁੰਦਾ, ਇੱਕ ਇੱਦਾਂ ਦਾ ਸਪਰਿੰਗ ਜੋ ਬਾਲ ਜਿੰਨਾ ਪਤਲਾ ਹੁੰਦਾ। ਤੁਸੀਂ ਆਪਣੇ ਸਿਰ ਦੇ ਬਾਲ ਦੇਖ ਰਹੇ ਆ, ਇੱਕ ਬਾਲ ਪਕੜ ਲਓ, ਇੱਕ ਬਾਲ ਜਿੰਨਾ ਜਿਹੜਾ ਆਹ ਵਾਲਾ ਸਪਰਿੰਗ ਆ ਉਹ ਪਤਲਾ ਹੁੰਦਾ ਆ। ਸੋ ਇੱਥੇ ਲਿਖੋ ਹੇਅਰ ਲਾਈਕ ਸਪਰਿੰਗ, ਹੇਅਰ ਲਾਈਕ ਸਪਰਿੰਗ ਕਿੰਨਾ ਪਤਲਾ, ਜਿੰਨਾ ਤੁਹਾਡਾ ਬਾਲ ਪਤਲਾ ਆ। ਕਲੀਅਰ ਹੋ ਗਿਆ। ਇਸੀ ਵਾਇਰ ਨੂੰ ਅਸੀਂ ਫਰਦਰ ਇੱਥੇ ਜੋੜਿਆ ਹੋਇਆ। ਆ ਬੱਚੇ ਕੀ ਆ, ਮਿਰਰ। ਇੱਥੇ ਅਸੀਂ ਇੱਕ ਮਿਰਰ ਜੋੜ ਦਿੱਤਾ, ਇੱਕ ਇੱਦਾਂ ਦਾ ਮਿਰਰ ਜਿਹਦੇ ਵਿੱਚੋਂ ਇਸ ਪੂਰੇ ਆਪਰੇਟਰਸ ਦੇ ਅੰਦਰ ਕੀ ਹੋ ਰਿਹਾ, ਕੀ ਚੱਲ ਰਿਹਾ ਆ, ਉਹ ਸਾਨੂੰ ਆ ਮਿਰਰ ਦੇ ਥਰੂ ਅਸੀਂ ਦੇਖ ਸਕਦੇ ਹਾਂ, ਇਸ ਮਿਰਰ ਦੀ ਹੈਲਪ ਦੇ ਨਾਲ। ਕਲੀਅਰ ਹੋ ਗਿਆ ਬੱਚੇ। ਨੈਕਸਟ ਦੇਖੋ, ਏਸੀ ਵਾਇਰ ਨੂੰ ਅਸੀਂ ਇੱਕ ਟੋਰਸ਼ਨ ਹੈਡ ਦੇ ਨਾਲ ਜੋੜ ਦਿੱਤਾ। ਸੋ ਲਿਖ ਦਿਓ ਇੱਥੇ TORSION, ਟੋਰਸ਼ਨ ਹੈਡ। ਬੱਚੇ ਟੋਰਸ਼ਨ ਹੈਡ ਕਿੱਦਾਂ ਦਾ ਹੁੰਦਾ ਆ, ਤੁਸੀਂ ਕਦੇ ਕੋਈ ਸ਼ਰਾਬ ਦੀ ਬੋਤਲ ਜਾਂ ਫਿਰ ਜਿਹੜੀ ਸ਼ੈਂਪੀਅਨ ਦੀ ਬੋਟਲ ਹੁੰਦੀ ਤੁਸੀਂ ਉਹ ਦੇਖੀ ਆ, ਉਹਦੇ ਉੱਪਰ ਇੱਕ ਲੱਕੜ ਦਾ ਗੁੱਲਾ ਲੱਗਿਆ ਹੁੰਦਾ, ਠੀਕ ਹੈ ਜੀ। ਸੋ ਲੱਕੜ ਦੇ ਗੁੱਲੇ ਵਰਗੇ ਆਹ ਵਾਲੀ ਚੀਜ਼ ਹੁੰਦੀ ਆ, ਇੱਦਾਂ ਦਾ ਇੱਕ ਕਹਿ ਲਓ ਕੌਕ ਲੱਗਿਆ ਹੁੰਦਾ ਜਿਹੜੇ ਤੇ ਆਹ ਵਾਲੀ ਵਾਇਰ ਨੂੰ ਬਾਉਂਡ ਕੀਤਾ ਜਾਂਦਾ ਆ। ਹੁਣ ਬੱਚੇ ਇਹ ਨਾ ਹੋਵੇ ਤੁਸੀਂ ਘਰ ਆਪਣੀ ਡਿਮਾਂਡ ਕੀਤੀ ਜਾਵੇ ਕਿ ਸਾਨੂੰ ਇੱਕ ਸ਼ਰਾਬ ਦੀ ਬੋਤਲ ਲਿਆ ਕੇ ਦਿੱਤੀ ਜਾਵੇ ਤਾਂ ਕਿ ਅਸੀਂ ਢੱਕਣ ਦੇਖ ਸਕੀਏ। ਸੋ ਗੂਗਲ ਬਹੁਤ ਵੱਡੀ ਚੀਜ਼ ਆ, ਗੂਗਲ ਤੋਂ ਸਰਚ ਕਰਕੇ ਤੁਸੀਂ ਉਹ ਕੌਕ ਦੇ ਸਕਦੇ। ਅਦਰਵਾਈਜ਼ ਤਾਂ ਤੁਸੀਂ ਸਭ ਨੇ ਟੀਵੀ ਜਾਂ ਸੀਰੀਅਲਸ ਦੇਖਦੇ ਆ, ਸੋ ਤੁਸੀਂ ਉਹ ਕੌਕ ਦੇਖਿਆ ਹੋਏਗਾ। ਈਵਨ ਮੈਂ ਵੀ ਉਹ ਚੀਜ਼ ਕਹਿ ਲਓ ਕਦੇ ਰਿਐਲਿਟੀ ਦੇ ਵਿੱਚ ਨਹੀਂ ਦੇਖੀ, ਵੀ ਮੈਂ ਵੀ ਟੀਵੀ ਜਾਂ ਫਿਲਮਸ ਦੇ ਵਿੱਚ ਹੀ ਦੇਖਿਆ ਹੋਇਆ ਕਿ ਉਹ ਲੱਕੜ ਦਾ ਇੱਕ ਗੁੱਲਾ ਟਾਈਪ ਢੱਕਣ ਹੁੰਦਾ ਆ, ਠੀਕ ਹੈ। ਸੋ ਉੱਦਾਂ ਦਾ ਇੱਕ ਟੋਰਸ਼ਨ ਹੈਡ ਹੁੰਦਾ। ਕਲੀਅਰ ਹੋ ਗਈ ਬੱਚੇ, ਆ ਡਾਇਗਰਾਮ ਕਲੀਅਰ ਹੋ ਗਈ। ਸੋ ਇਹਨੂੰ ਬਹੁਤ ਕੇਅਰਫੁਲੀ ਬਣਾਉਣਾ, ਧਿਆਨ ਨਾਲ ਦੇਖ ਲਓ। ਸਭ ਤੋਂ ਪਹਿਲਾਂ ਕੀ ਬਣਾਉਣੀ ਹੈ, ਇੱਕ ਆਇਰਨ ਕੋਰ, ਇਹਦੇ ਆਲੇ ਦੁਆਲੇ ਅਸੀਂ ਇੱਕ ਵਾਇਰ ਨੂੰ ਬਾਉਂਡ ਕੀਤਾ, ਧਿਆਨ ਨਾਲ ਬਾਉਂਡ ਕਰਨਾ। ਇੱਥੋਂ ਹੀ ਇੱਕ ਜੋ ਸਿਰਾ ਆ ਬੱਚੇ, ਇਹ ਕਿੱਧਰ ਗਿਆ ਤੁਹਾਡਾ, ਨੀਚੇ। ਧਿਆਨ ਨਾਲ ਦੇਖੋ, ਆਹ ਵਾਲੇ ਕੀ ਆ, ਇੱਕ ਅਗੇਨ ਨੀਚੇ ਇੱਕ ਲੱਕੜ ਦਾ ਗੁੱਲਾ ਹੁੰਦਾ ਜਿਹਦੇ ਨਾਲ ਆਹ ਵਾਲੇ ਵਾਇਰ ਨੂੰ ਬਾਉਂਡ ਕਰ ਦਿੱਤਾ ਜਾਂਦਾ। ਬੱਚੇ ਧਿਆਨ ਨਾਲ ਦੇਖੋ, ਆਹ ਵਾਲੀ ਜਿਹੜੀ ਪੋਰਸ਼ਨ ਆ ਇਹਨੂੰ ਅਸੀਂ ਆਹ ਵਾਲੇ ਲੱਕੜ ਦੇ ਗੁੱਲੇ ਨੂੰ ਜ਼ਮੀਨ ਦੇ ਨਾਲ ਜੋੜਨਾ, ਠੀਕ ਹੈ। ਜੁੜਿਆ ਹੋਣਾ ਚਾਹੀਦਾ, ਹਵਾ ਵਿੱਚ ਨਹੀਂ ਲਟਕਦਾ ਹੋਣਾ ਚਾਹੀਦਾ, ਜ਼ਮੀਨ ਨਾਲ ਜੁੜਿਆ ਹੋਣਾ ਚਾਹੀਦਾ। ਸੋ ਉੱਪਰ ਕੀ ਹੈ, ਇੱਕ ਕਨਕੇਵ ਮਿਰਰ, ਕਨਕੇਵ ਮਿਰਰ ਨੂੰ ਟੋਰਸ਼ਨ ਹੈਡ ਦੇ ਨਾਲ ਜੋੜ ਦਿੱਤਾ। ਟੋਰਸ਼ਨ ਹੈਡ ਬਿਲਕੁਲ ਨੀਟ ਐਂਡ ਕਲੀਨ ਬਣਾਉਣਾ ਆ, ਠੀਕ ਹੈ ਜੀ। ਸੋ ਅਸੀਂ 2 ਮੈਗਨੇਟਸ ਲਗਾਉਣੇ ਆ। ਸੋ ਜਿਨ੍ਹਾਂ ਨੂੰ ਮੈਗਨੇਟਸ ਲਗਾਉਣੇ ਡਿਫੀਕਲਟ, ਇਸ ਤਰ੍ਹਾਂ ਦੇ ਬਣਾਉਣੇ ਡਿਫੀਕਲਟ ਲੱਗ ਰਹੇ, ਤੁਸੀਂ ਬਿਲਕੁਲ ਇਸ ਤਰੀਕੇ ਨਾਲ ਵੀ ਬਣਾ ਸਕਦੇ ਆ ਕਿ ਦਿਸ ਇਜ਼ ਨਾਰਥ ਪੋਲ ਔਰ ਇੱਕ ਮੈਗਨੇਟ ਇੱਧਰ ਬਣਾ ਦਿੱਤਾ, ਸੋ ਦਿਸ ਇਜ਼ ਸਾਊਥ ਪੋਲ। ਕਲੀਅਰ ਹੋ ਗਿਆ, ਬਿਲਕੁਲ ਸਿੰਪਲ। ਹੁਣ ਦੂਸਰੀ ਗੱਲ ਬੱਚੇ, ਆਹ ਵਾਲੀ ਡਿਸਟੈਂਸ ਜਿਹੜਾ ਮੈਂ ਬਲੂ ਕਲਰ ਦਾ ਐਰੋ ਬਣਾ ਰਹੀ, ਇਹ ਡਿਸਟੈਂਸ ਬਹੁਤ ਘੱਟ ਹੋਣਾ ਚਾਹੀਦਾ ਆ। ਇਹ ਨਾ ਹੋਵੇ ਬਹੁਤ ਜ਼ਿਆਦਾ ਘੱਟ ਹੋਵੇ, ਘੱਟ ਹੋਣਾ ਚਾਹੀਦਾ ਜਿੰਨਾ ਕਿ ਤੁਹਾਨੂੰ ਡਾਇਗਰਾਮ ਦੇ ਵਿੱਚ ਦਿਖ ਰਿਹਾ। ਬਹੁਤ ਜ਼ਿਆਦਾ ਵੱਡਾ ਵੀ ਨਹੀਂ ਬਣਾਉਣਾ। ਆਲਵੇਜ਼ ਬੱਚੇ ਕਿੱਦਾਂ ਦੀ ਡਾਇਗਰਾਮ ਬਣਾਉਂਦੇ ਆ, ਆਹ ਕੋਇਲ ਆ ਤੁਸੀਂ ਵਾਇਰ ਕੀਤੀ, ਉਹ ਜਾ ਕੇ ਦੂਰ ਦੂਰ ਜਾ ਕੇ ਮੈਗਨੇਟਸ ਬਣਾ ਦਿੱਤੇ। ਬੱਚੇ ਦੂਰ ਦੂਰ ਮੈਗਨੇਟਸ ਨਹੀਂ ਹੋਣੇ ਚਾਹੀਦੇ। ਮੈਗਨੇਟ ਅਗਰ ਕੋਲ ਹੋਣਗੇ, ਪਾਸ ਹੋਣਗੇ, ਤਾਂ ਹੀ ਜਿਹੜੀ ਤੁਹਾਡੀ ਬਿਲਕੁਲ ਸਾਫ਼ ਮੈਗਨੈਟਿਕ ਫੀਲਡ ਜਿਹੜੀ ਆ ਉਹ ਫੀਲ ਕਰ ਪਾਏਗਾ, ਉਹਦੀ ਵਜ੍ਹਾ ਨਾਲ ਇੰਡਕਸ਼ਨ ਪ੍ਰੋਡਿਊਸ ਹੋਏਗੀ। ਸੋ ਤੁਹਾਡੀ ਡਾਇਗਰਾਮ ਬਹੁਤ ਜ਼ਿਆਦਾ ਖੁੱਲੀ ਜਾਂ ਬਹੁਤ ਜ਼ਿਆਦਾ ਟਾਈਟ ਨਹੀਂ ਹੋਣੀ ਚਾਹੀਦੀ। ਹੁਣ ਬੱਚੇ, ਪੂਰਾ ਆਪਰੇਟਸ ਅਸੀਂ ਹਵਾ ਵਿੱਚ ਨਹੀਂ ਰੱਖ ਸਕਦੇ, ਇਹਨੂੰ ਅਸੀਂ ਕਿਸੇ ਨਾ ਕਿਸੇ ਇੱਕ ਚੈਂਬਰ ਦੇ ਅੰਦਰ ਬੰਦ ਕਰ ਦੇਵਾਂਗੇ। ਸੋ ਕਿਹੜਾ ਚੈਂਬਰ ਆ, ਹੁਣ ਆਹ ਵਾਲਾ ਬਾਹਰ ਵਾਲਾ ਪੋਰਸ਼ਨ ਦਿਖ ਰਿਹਾ ਬੱਚੇ ਤੁਹਾਨੂੰ, ਅਸੀਂ ਇਹਨੂੰ ਬਾਹਰ ਵਾਲੇ ਇੱਕ ਚੈਂਬਰ ਦੇ ਵਿੱਚ ਬੰਦ ਕਰ ਦਿੱਤਾ। ਹੁਣ ਜਿੱਦਾਂ ਇੱਕ ਸਟੀਲ ਦਾ ਬਾਕਸ ਹੁੰਦਾ ਹੈ, ਇੱਦਾਂ ਬੰਦ ਹੋ ਗਿਆ, ਸਾਨੂੰ ਕੁਛ ਨਹੀਂ ਦਿਖ ਰਿਹਾ ਅੰਦਰ ਕਿਹੜਾ ਮੈਗਨੇਟ ਲੱਗਿਆ, ਕਿਹੜੀ ਕੋਰ ਲੱਗੀ ਹੋਈ ਹੈ ਜਾਂ ਕੀ ਚੀਜ਼ ਆ। ਸੋ ਜੋ ਵੀ ਇਹਦੇ ਵਿੱਚ ਬੱਚੇ ਕੰਮ ਹੋਏਗਾ, ਉਹ ਅਸੀਂ ਇਸ ਮਿਰਰ ਦੀ ਹੈਲਪ ਦੇ ਨਾਲ, ਇਸ ਕਨਕੇਵ ਮਿਰਰ ਦੀ ਹੈਲਪ ਦੇ ਨਾਲ ਦੇਖ ਸਕਦੇ ਹਾਂ। ਕਨਕੇਵ ਮਿਰਰ ਦਾ ਕੰਮ ਕੀ ਆ, ਕਿਸੇ ਵੀ ਚੀਜ਼ ਨੂੰ ਲਾਰਜ ਕਰਕੇ ਦਿਖਾਉਂਦਾ ਆ। ਸੋ ਅੰਦਰ ਜੋ ਵੀ ਪ੍ਰੋਸੈਸ ਹੋ ਰਿਹਾ ਉਹਨੂੰ ਵੱਡਾ ਕਰਕੇ ਤੁਹਾਨੂੰ ਦਿਖਾਏਗਾ ਕਿ ਕੋਇਲ ਐਕਚੁਅਲ ਦੇ ਵਿੱਚ, ਆਹ ਵਾਲੀ ਕੋਇਲ ਐਕਚੁਅਲ ਦੇ ਵਿੱਚ ਘੁੰਮ ਵੀ ਰਹੀ ਹੈ ਕਿ ਨਹੀਂ ਘੁੰਮ ਰਹੀ, ਠੀਕ ਹੈ ਜੀ। ਉਹ ਮਿਰਰ ਦਾ ਕੰਮ ਆ। ਕਲੀਅਰ ਹੋ ਗਈ ਬੱਚੇ ਇੰਨੀ ਚੀਜ਼। ਹੁਣ ਇੱਕ ਹੋਰ ਚੀਜ਼ ਦੇਖੋ, ਹੁਣ ਅਸੀਂ ਇਹਨੂੰ ਬੈਲੈਂਸ ਕਰ ਸਕਦੇ ਹਾਂ। ਬੈਲੈਂਸ ਦਾ ਕੀ ਮਤਲਬ ਹੁੰਦਾ ਆ, ਹੁਣ ਦੇਖੋ ਆਹ ਵਾਲਾ ਮਿਰਰ ਆ, ਮੰਨ ਲਓ ਆਹ ਵਾਲੇ ਮਿਰਰ ਤੋਂ ਅਸੀਂ ਬਾਹਰੋਂ ਖੜ ਕੇ ਦੇਖ ਰਹੇ ਹਾਂ ਕਿ ਕੋਇਲ ਘੁੰਮ ਰਹੀ ਹੈ ਕਿ ਨਹੀਂ ਘੁੰਮ ਰਹੀ, ਬਟ ਸਾਨੂੰ ਨਹੀਂ ਦਿਖਾਈ ਦੇ ਰਹੀ। ਸੋ ਇਹਨੂੰ ਕੀ ਕਰਾਂਗੇ, ਆਹ ਵਾਲੇ ਮਿਰਰ ਨੂੰ ਸੈੱਟ ਕੀਤਾ ਜਾ ਸਕਦਾ ਅਕੋਰਡਿੰਗ ਟੂ ਯੋਰ ਰਿਕੁਆਇਰਮੈਂਟ, ਜਿੱਦਾਂ ਤੁਸੀਂ ਚਾਹੁੰਦੇ ਤੁਸੀਂ ਉਹਨੂੰ ਸੈੱਟ ਕਰ ਸਕਦੇ ਆ। ਸੋ ਅਸੀਂ ਕੀ ਕੀਤਾ, ਇੱਥੋਂ ਇੱਕ ਤਾਰ ਜੋੜ ਦਿੱਤੀ। ਧਿਆਨ ਨਾਲ ਦੇਖੋ, ਇਸ ਮਿਰਰ ਦੇ ਨਾਲ ਤਾਰ ਜੋੜੀ ਹੋਈ ਆ, ਦਿਖ ਰਹੀ ਆ। ਸੋ ਇਹਨੂੰ ਅਸੀਂ ਇਸ ਤਾਰ ਨੂੰ ਇਸ T1 ਦੇ ਨਾਲ ਜੋੜ ਦਿੱਤਾ। ਦਿਸ ਇਜ਼ ਸਕ੍ਰਿਊ। ਕੀ ਚੀਜ਼ ਆ ਇਹ,
ਸਕਰਿਊ, ਇੱਕ ਇੱਦਾਂ ਦਾ ਸਕਰਿਊ ਜਿਹਨੂੰ ਤੁਸੀਂ ਟਾਈਟ ਜਾਂ ਖੋਲ ਸਕਦੇ ਆ। ਠੀਕ ਆ, ਤੁਸੀਂ ਪੇਜ ਤਾਂ ਦੇਖੇ ਹੀ ਹੋਣਗੇ ਤੁਹਾਡੇ ਘਰ ਵਿੱਚ ਕਿਸੇ ਦਰਵਾਜ਼ੇ ਤੇ, ਕਿਸੇ ਬੈੱਡ ਤੇ ਜਾਂ ਕਿਸੇ ਟੋਏ ਦੇ ਉੱਪਰ ਕੋਈ ਨਾ ਕੋਈ ਇੱਦਾਂ ਦਾ ਪੇਜ ਬਣਿਆ ਹੋਏਗਾ। ਠੀਕ ਆ, ਇਸ ਪੇਜ ਨੂੰ ਅਸੀਂ ਅਗਰ ਟਾਈਟ ਜਾਂ ਲੋ ਕਰਾਂਗੇ ਉਹਨਾਂ ਤੁਹਾਡੀ ਜਿਹੜੀ ਇਸ ਮੈਗਨੇਟ, ਇਸ ਮਿਰਰ ਦੀ ਜਿਹੜੀ ਪੋਜੀਸ਼ਨ ਆ ਉਹਨੂੰ ਚੇਂਜ ਕੀਤਾ ਜਾ ਸਕਦਾ, ਤਾਂ ਕਿ ਅਸੀਂ ਈਜ਼ੀਲੀ ਜੋ ਵੀ ਅੰਦਰ ਹੋ ਰਿਹਾ ਆ ਉਹਨੂੰ ਦੇਖ ਸਕੀਏ। ਹੁਣ ਦੂਸਰੀ ਦੇਖੋ ਬੱਚੇ, ਆਹ ਵਾਲਾ T2 ਦੇਖੋ। ਹੁਣ ਇਹ ਆਹ ਵਾਲੇ T2 ਦਾ ਕੀ ਕੰਮ ਆ? ਮੰਨ ਲਓ ਕਿ ਇੱਥੋਂ ਮਿਰਰ ਤੋਂ ਤੁਹਾਨੂੰ ਸਾਰਾ ਕੁਝ ਬਿਲਕੁਲ ਕਲੀਅਰ ਦਿਖਾਈ ਦੇ ਰਿਹਾ, ਪਰ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਆਹ ਵਾਲਾ ਪੂਰਾ ਆਪਰੇਟਰਸ ਆ ਇਹ ਸੈੱਟ ਨਹੀਂ ਆ, ਪ੍ਰੋਪਰ ਵੇ ਨਾਲ ਸੈੱਟ ਨਹੀਂ ਆ। ਸੋ ਇਹਨੂੰ ਸੈੱਟ ਕਰਨ ਦੇ ਲਈ ਆਹ ਵਾਲੀ ਦੇਖੋ, ਆਹ ਵਾਲਾ ਜੋ ਸਪਰਿੰਗ ਆ, ਆਹ ਵਾਲੀ ਸਪਰਿੰਗ ਦੇ ਨਾਲ ਵਾਇਰ ਜੋੜ ਦਿੱਤੀ ਜਾਂਦੀ ਆ। ਠੀਕ ਹੈ, ਆਹ ਵਾਲੀ ਵਾਇਰ ਇਹਦੇ ਨਾਲ ਜੋੜ ਦਿੱਤੀ। ਠੀਕ ਹੈ ਜੀ। ਸੋ ਇਸ ਸਕਰਿਊ ਦੇ ਨਾਲ ਅਸੀਂ ਕੀ ਆ, ਆਹ ਵਾਲੀ ਸਪਰਿੰਗ ਨੂੰ ਉੱਪਰ ਜਾਂ ਨੀਚੇ ਕਰ ਸਕਦੇ ਹਾਂ। ਸੋ ਇਹਦੀ ਪੋਜੀਸ਼ਨ ਨੂੰ ਚੇਂਜ ਕਰ ਸਕਦੇ ਹਾਂ। ਬੱਚੇ ਕਲੀਅਰ ਹੋ ਗਿਆ? ਡਾਇਗਰਾਮ ਬਿਲਕੁਲ ਨੀਟ ਐਂਡ ਕਲੀਨ ਬਣਾਉਣੀ, ਹਰ ਇੱਕ ਚੀਜ਼ ਮੈਂਸ਼ਨ ਹੋਣੀ ਚਾਹੀਦੀ ਆ ਕਿ ਤੁਹਾਡੇ ਮੈਗਨੇਟਸ ਆ ਜਾਂ ਐਕਸੈਕਟਰਾ। ਦਿਸ ਇਜ਼ ਪਰਮਾਨੈਂਟ ਮੈਗਨੇਟਸ। ਠੀਕ ਹੈ, ਇੱਥੇ ਲਿਖ ਦੇਣਾ ਪਰਮਾਨੈਂਟ ਮੈਗਨੇਟਸ। ਸੋ ਇੱਥੇ ਲਿਖ ਦਿੱਤਾ ਸਕਰਿਊ, ਸਕਰਿਊ T1, ਦਿਸ ਇਜ਼ ਸਕਰਿਊ T2। ਸੋ ਬੱਚੇ ਨਾਲ ਦੀ ਨਾਲ ਵੈਸੇ ਮੈਂ ਰਬ ਕਰ ਰਹੀ ਹਾਂ, ਤੁਸੀਂ ਹਰ ਇੱਕ ਚੀਜ਼ ਪ੍ਰੋਪਰ ਵੇ ਨਾਲ ਮੈਂਸ਼ਨ ਕਰਨੀ ਆ ਕਿ ਇੱਥੇ ਐਰੋ ਪਾ ਕੇ ਲਿਖ ਦੇਣਾ ਦਿਸ ਇਜ਼ ਸੌਫਟ ਆਇਰਨ ਕੋਰ। ਕਲੀਅਰ ਹੋ ਗਿਆ? ਹੁਣ ਧਿਆਨ ਨਾਲ ਕੰਸਟਰਕਸ਼ਨ ਪੜ੍ਹਦੇ ਹਾਂ ਬੱਚੇ। ਇਟ ਕੰਸਿਸਟ ਆਫ ਅ ਕੋਇਲ ABCD। ਸੋ ਧਿਆਨ ਨਾਲ ਦੇਖੋ, ABCD। ਸੋ ਤੁਸੀਂ ਕੋਈ ਵੀ ਨਾਮ ਦੇ ਸਕਦੇ, ਜਿੱਦਾਂ ਡਾਇਗਰਾਮ ਦੇ ਅੰਦਰ PQRS ਲਿਖਿਆ ਹੋਇਆ ਸੀ। ਸੋ ਤੁਸੀਂ ਕੋਈ ਵੀ ਨਾਮ ਦੇਖ ਸਕਦੇ ਆ। ਇਟ ਕੰਸਿਸਟ ਆਫ ਅ ਕੋਇਲ ABCD ਸਸਪੈਂਡਡ ਬਿਟਵੀਨ ਦ poles of permanent magnet NS which provides a uniform radial magnetic field of strength B vector। ਠੀਕ ਹੈ ਜੀ। ਸੋ ਇਸ ਕੋਇਲ ਨੂੰ ਅਸੀਂ ਦੋ permanent north pole and south pole NS ਦੇ ਵਿਚਕਾਰ ਰੱਖ ਦਿੱਤਾ, ਤਾਂ ਕਿ ਇਹ ਪ੍ਰੋਪਰ ਯੂਨੀਫਾਰਮ ਮੈਗਨੈਟਿਕ ਫੀਲਡ ਪ੍ਰੋਡਿਊਸ ਕਰ ਸਕਦਾ ਹੋਵੇ। ਰੇਡੀਅਲ ਮੈਗਨੈਟਿਕ ਫੀਲਡ ਬੱਚੇ ਅੱਗੇ ਜਾ ਕੇ ਡਿਟੇਲ ਦੇ ਵਿੱਚ ਸਮਝਾਉਂਦੀ ਹਾਂ ਕਿ ਇਹਨੂੰ ਰੇਡੀਅਲ ਕਿਉਂ ਬੋਲਿਆ ਜਾਂਦਾ। ਦ ਕੋਇਲ ਇਜ਼ ਬਾਉਂਡ ਔਨ ਅ ਨॉन ਮੈਟੈਲਿਕ ਫਰੇਮ। ਨॉन ਮੈਟੈਲਿਕ ਫਰੇਮ ਜਿਹੜਾ ਬਾਹਰ ਵਾਲਾ ਫਰੇਮ ਆ ਬੱਚੇ, ਠੀਕ ਹੈ, ਬਾਹਰ ਵਾਲਾ ਫਰੇਮ ਜੋ ਆ ਇਹਨੂੰ ਇੱਕ ਨॉन ਮੈਟੈਲਿਕ ਫਰੇਮ ਦੇ ਅੰਦਰ ਬੰਦ ਕਰ ਦਿੱਤਾ ਜਾਂਦਾ, ਤਾਂ ਕਿ ਬਾਹਰੋਂ ਕੋਈ ਹਵਾ ਦੀ ਡਿਸਟਰਬੈਂਸ ਜਾਂ ਫ੍ਰਿਕਸ਼ਨ ਨਾ ਹੋਵੇ। ਠੀਕ ਹੈ। ਹੈਜ਼ ਅ ਸੈਂਟਰ ਸੌਫਟ ਆਇਰਨ ਕੋਰ, ਜਿਹਦੇ ਬਿਲਕੁਲ ਸੈਂਟਰ ਦੇ ਵਿੱਚ ਕੀ ਆ, ਇੱਕ ਸੌਫਟ ਆਇਰਨ ਕੋਰ ਲੱਗੀ ਹੋਈ ਆ। The core is suspended by the means of phosphorus boson wire। ਬੱਚੇ ਆਹ ਵਾਲੀ ਜਿਹੜੀ ਇੰਨੀ ਕੁ ਵਾਇਰ ਆ, ਇਹ ਵਾਲੀ ਕਿਹੜੀ ਵਾਇਰ ਆ? ਫਾਸਫੋਰਸ ਬ੍ਰੋਜ਼ੋਨ ਵਾਇਰ। ਅੱਛਾ, ਇਹ ਵਾਇਰ ਕਿਉਂ ਯੂਜ਼ ਕੀਤੀ ਜਾਂਦੀ ਹੈ? ਕਿਉਂਕਿ ਈਜ਼ੀਲੀ ਜਿਹੜੀ ਆ ਰੋਟੇਟ ਕਰ ਜਾਂਦੀ ਆ, ਟਰਨ ਕਰ ਜਾਂਦੀ ਹੈ, ਟੁੱਟਦੀ ਨਹੀਂ ਹੈਗੀ ਛੇਤੀ, ਟੁੱਟਣ ਤੋਂ ਬਚਾਉਂਦੀ ਆ। ਸੋ ਮੋਲਡ ਈਜ਼ੀਲੀ ਹੋ ਜਾਂਦੀ ਆ। ਠੀਕ ਹੈ ਜੀ, ਅੱਗੇ ਪੜ੍ਹੋ। ਦ ਕੋਇਲ ਹੈਜ਼ ਅ ਸਮॉल ਕਨਕੇਵ ਮਿਰਰ ਅਟੈਚਡ ਟੂ ਇਟਸ ਸਸਪੈਂਸ਼ਨ ਵਾਇਰ। ਇੱਕ ਛੋਟਾ ਜਿਹਾ ਮਿਰਰ ਜਿਹੜਾ ਆ ਉੱਪਰ ਲਗਾ ਦਿੱਤਾ ਜਾਂਦਾ ਆ। ਕਿਹੜਾ ਮਿਰਰ? ਕਨਕੇਵ ਮਿਰਰ। ਅਦਰ ਐਂਡ ਆਫ ਦ ਕੋਇਲ ਇਜ਼ ਅਟੈਚਡ ਟੂ ਦ ਹੇਅਰ ਲਾਈਕ ਸਪਰਿੰਗ। ਸੋ ਸਭ ਤੋਂ ਐਂਡ ਦੇ ਵਿੱਚ ਕੀ ਹੁੰਦਾ? ਇੱਕ ਹੇਅਰ ਲਾਈਕ ਸਪਰਿੰਗ ਜੋੜਿਆ ਜਾਂਦਾ ਆ। ਠੀਕ ਹੈ। ਨੈਕਸਟ ਦੇਖੋ, ਦ ਹੋਲ ਅਰੇਂਜਮੈਂਟ ਇਜ਼ ਇਨਕਲੋਜ਼ਡ ਇਨ ਅ ਨॉन ਮੈਟੈਲਿਕ ਕੇਸ ਟੂ ਅਵੋਇਡ ਡਿਸਟਰਬੈਂਸ ਡਿਊ ਟੂ ਏਅਰ। ਠੀਕ ਆ, ਪੂਰੇ ਤੇ ਪੂਰਾ ਜੋ ਆਪਰੇਟਰਸ ਆ ਉਹਨੂੰ ਅਸੀਂ ਇੱਕ ਨॉन ਮੈਟੈਲਿਕ ਚੈਂਬਰ ਦੇ ਅੰਦਰ ਬੰਦ ਕਰ ਦਿੰਦੇ ਆ, ਤਾਂ ਕਿ ਬਾਹਰੋਂ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਆ ਡਿਸਟਰਬੈਂਸ ਨਾ ਆਵੇ। ਠੀਕ ਹੈ। ਨੈਕਸਟ ਦੇਖੋ, ਦ ਗਲਵੈਨੋਮੀਟਰ ਕੈਨ ਬੀ ਲੈਵਲਡ ਵਿਦ ਦ ਹੈਲਪ ਆਫ ਲੈਵਲਿੰਗ ਸਕਰਿਊ। ਹੁਣ ਧਿਆਨ ਨਾਲ ਲਾਸਟ ਵਾਲਾ ਦੇਖੋ ਬੱਚੇ, ਆਹ ਵਾਲਾ ਪੋਰਸ਼ਨ। ਠੀਕ ਹੈ, ਆਹ ਵਾਲਾ ਪੋਰਸ਼ਨ ਦੇਖੋ, ਆਹ ਵਾਲਾ ਪੋਰਸ਼ਨ, ਇਹਨੂੰ ਲਾਸਟ ਵਿੱਚ ਕੀ ਕੀਤਾ ਜਾਂਦਾ? ਇੱਕ ਲੈਵਲਿੰਗ ਸਕਰਿਊ ਦੇ ਨਾਲ ਅਟੈਚ ਕੀਤਾ ਜਾਂਦਾ। ਸੋ ਆਹ ਵਾਲੇ ਕਿਹੜੇ ਆ? ਲੈਵਲਿੰਗ ਸਕਰਿਊ। ਮੰਨ ਲਓ ਜਿਸ ਤੁਸੀਂ ਟੇਬਲ ਦੇ ਉੱਪਰ ਆ ਪੂਰਾ ਆਪਰੇਟਰਸ ਰੱਖਿਆ, ਤਾਂ ਉਹ ਪ੍ਰੋਪਰ ਬੈਲੈਂਸਡ ਨਹੀਂ ਆ, ਤਾਂ ਤੁਸੀਂ ਇਸ ਪੂਰੇ ਗਲਵੈਨੋਮੀਟਰ ਡਿਵਾਈਸ ਨੂੰ ਇਸ ਦੋ ਸਕਰਿਊਜ਼ ਦੇ ਨਾਲ S1 S2 ਨਾਮ ਰੱਖ ਸਕਦੇ ਆ ਤੁਸੀਂ। ਇਸ S1 S2 ਦੇ ਨਾਲ ਜਿਹੜਾ ਆ ਤੁਸੀਂ ਉਹਨੂੰ ਉੱਪਰ ਨੀਚੇ ਮੂਵ ਕਰ ਸਕਦੇ ਆ। ਲੈਵਲਿੰਗ ਸਕਰਿਊ ਵਿੱਚ ਇੱਥੇ ਲਿਖ ਲੈਣਾ S1 and S2 so that the coil can be rotated freely without touching the iron core of the poles of the magnet। so ਇਸ simple language ਵਿੱਚ ਲਿਖ ਸਕਦੇ ਆ, the galvanometer can be leveled with the help of S1 and S2 screws। ਇੰਨਾ ਕੁ ਵੀ ਲਿਖ ਸਕਦੇ ਆ। ਠੀਕ ਹੈ। ਨੈਕਸਟ ਦੇਖੋ, to connect the galvanometer in a circuit। galvanometer ਨੂੰ ਸਰਕਟ ਦੇ ਵਿੱਚ ਜੋੜਨ ਦੇ ਲਈ the binding screw T1 and T2 are providing। T1 and T2 ਜਿਹੜੇ ਆ
ਬਾਈਂਡਿੰਗ ਸਕਰਿਊਜ਼ ਹੁੰਦੇ ਆ ਬੱਚੇ। ਆ ਵੀ ਸਕਰਿਊਜ਼ ਆ, ਇਹ ਕਿਹੜੇ ਆ? ਲੈਵਲਿੰਗ, ਕਿਉਂਕਿ ਲੈਵਲ ਕਰਦੇ ਆ। ਜਿਹੜੇ ਬਾਈਂਡਿੰਗ ਸਕਰਿਊਜ਼ ਆ, ਬਾਈਂਡਿੰਗ ਕਿਉਂ ਬੋਲਿਆ ਜਾਂਦਾ ਆ? ਕਿਉਂਕਿ ਅਸੀਂ ਮਿਰਰ ਔਰ ਸਪਰਿੰਗ ਨੂੰ ਬੈਲੈਂਸ ਕਰ ਸਕਦੇ ਹਾਂ ਇਹਨਾਂ ਸਕਰਿਊਜ਼ ਦੀ ਵਜ੍ਹਾ ਦੇ ਨਾਲ। ठीक है जी। सो कंस्ट्रक्शन बच्चे अच्छे तरीके नाल क्लीयर होगी। डायग्राम बहुत केयरफुली बनाना क्योंकि 1 मार्क्स की थोड़ी डायग्राम ही होंदी आ। नेक्स्ट इज बी इज इंटेंसिटी ऑफ मैगनैटिक फील्ड। बच्चे सानू पता अगर इत्थे नॉर्थ और साउथ पोल लगे हुए आ, इन्हां दी वजह ना कोई मैगनैटिक फील्ड प्रोड्यूस हुई है, दैट इज बी। आई इज अ करंट फ्लोइंग थ्रू द सर्किट। अगर इत्थे नॉर्थ एंड साउथ पोल आ, दो मैगनेट्स लगे हुए आ, तो कोर दे उपर मैगनैटिक फील्ड आ गई। अगर मैगनैटिक फील्ड आ गई नॉर्थ टू साउथ पोल वाल की आ, करंट मूव करेगा। सो असी एक करंट की डायरैक्शन बनाती आई, ठीक है, नॉर्थ टू साउथ, ठीक है जी। सो नेक्स्ट देखो एल की आ, लेंथ ऑफ द कॉइल। जिहड़ी असी कॉइल लित्ती आ बच्चे, ओहदी लेंथ एल आ। ब्रेथ ऑफ द कॉइल, ठीक है, स्मॉल ए इज लेंथ। सो असी लिख सकते हैं लेंथ इंटू ब्रेथ के इक्वल आ जाएगी, लेंथ इंटू ब्रेथ के इक्वल आ जाऊगी एरिया। सो दिस इज द एरिया ऑफ द कॉइल। नंबर एन इज द नंबर ऑफ टर्न्स इन द कॉइल। कॉइल ने कितनी बारी रोटेशंस की, वो वाली टर्न्स नूं असी नाम देता कैपिटल एन। हुण देखो वैन करंट फ्लोइंग थ्रू द कॉइल, जिद्दां ही करंट इस कॉइल के अंदर फ्लो करेगा, इट एक्सपीरियंस अ टॉर्क। तो उन्हें टॉर्क फील करना है। टॉर्क की सीगा? जो अपने ही आले दुआले घूमना स्टार्ट कर दिंदा है, ठीक है। एक कॉइल जिहड़ी आ घूमनी स्टार्ट कर देवे। मान लो बच्चे तुहाडे कोई एक रस्सी आ, समझाउण दे लई दस रही हां। मान लो तुहाडे कोई एक रस्सी आ, मैं तुहानूं कहां कि उपर मैं इहनूं कंध दे नाल अटैच कर दित्ता। हुण तुसीं नीचे रस्सी नूं घुमाउणा स्टार्ट कर दो, ठीक है। जिद्दां ही तुसीं इहनूं घुमाउणा स्टार्ट कीता, तुसीं देखोगे कि जिहड़े इत्थे बल पैणे स्टार्ट हो गए रस्सी नूं, ठीक है। उस टाइम कोई ना कोई उहदे विच टॉर्क आ रहा, कोई ना कोई की आ रहा, टॉर्क। इसी तरह जो आ कॉइल नॉर्थ एंड साउथ पोल के विचकार बच्चे मूव करनी स्टार्ट करती है, तो ये टॉर्क आ जाता है। यदा मतलब आ वाली तार ते बल पै जाणगे, ठीक है। टॉर्क कितना आया? दैट इज NIA/B साइन थीटा। बच्चे ऑलरेडी असी आर्टिकल कर चुके हैं, उतो डायरैक्ट आंसर लिता है। सो कितना टॉर्क प्रोड्यूस होएगा? NIA/B साइन थीटा। हुण मान लिया कि जिहड़ा वाला थीटा आ विच मेक्स द एंगल 90 डिग्री, ठीक है। सो असी मान लिया मैगनैटिक फील्ड के नाल जो एंगल बना रहा है 90 डिग्री है। सो थीटा की वैल्यू कितनी पुट कर दी? 90। साइन 90 इक्वल्स टू 1। जिद्दां ही असी साइन 90 की वैल्यू 1 पुट करांगे, साडे कोल टॉर्क की वैल्यू कितनी बच जाएगी? NIA/B। सो दिस इज द डिफ्लैक्शन टॉर्क। ये वो वाली टॉर्क आ जदों असी मैगनैटिक फील्ड उहनूं दित्ती ते जिहड़ी आ इस कॉइल ने रोटेट करना स्टार्ट कर दिता। रोटेट करके टॉर्क की वजह ना जिहड़ा इहदे विच टॉर्क प्रोड्यूस होया उन्होंने असीं कहता डिफ्लैक्टिंग टॉर्क या डिफ्लैक्शन टॉर्क। क्लीयर हो गई बच्चे इन्नी चीज़। मान लो तुसी वायर नूं घुमाया, तार नूं, रस्से नूं घुमाया, जिहड़े उहदे विच बल पै गए, उस बल पई हुई चीज़ नूं असीं नाम दे दिता डिफ्लैक्टिंग टॉर्क। इत्थे तक अच्छी तरह नाल क्लीयर आ। नैक्सट देखो इफ K इज द रीस्टोरिंग टॉर्क। अच्छा हुण रीस्टोरिंग टॉर्क की हुंदा? मान लो जिहड़ा वो रस्सा सीगा, मैं तुहानूं कहां कि आ जिहड़ा तुसी धागे दे नाल उत्ते कंध दे नाल बन्निया होया सी, आ वाले रस्से नूं बल पै गए, तुसी नीचे खड़े सी, मैं तुहानूं कहा रस्सा छड्ड दो। जिद्दां ही तुसी छड्डोगे तुसी देखना कि रस्से ने बहुत तेजी नाल जिन्ना तुसी लपेटे इस पासे नूं मारे सी, तां इहने उतों ऑपोजिट डायरैक्शन दे विच जिहड़ा रस्से ने खुल जाना। तुहानूं गल समझ लग गई कि की समझा रही हां? कि रस्से वाली एग्जाम्पल जस्ट तुहानूं समझाउण दे लई कह रही हां, एग्जाम्पल लै रही हां ताकि तुहानूं अच्छी तरीके नाल गल क्लीयर हो जाए भी रीस्टोरिंग टॉर्क ते डिफ्लैक्टिंग टॉर्क दे विच की फर्क आ। जदों तुसी रस्सा घुमाया, इहदा मतलब कॉइल घूम गई, उहदे विच एक टॉर्क प्रोड्यूस हो गया, उन्होंने कहता डिफ्लैक्टिंग टॉर्क। मान लो मैगनैटिक फील्ड हटाती, मैं तुहानूं कहा रस्सा छड्ड दो, इहदा मतलब रस्से ने दोबारा अपनी पोजीशन ते आना, तो उल्टी डायरैक्शन दे विच घूमेगा। जिद्दां ही मैगनैटिक फील्ड हट गई, जिहड़ा बच्चे कॉइल आ सेंटर विच जिहड़ी सॉफ्ट आयरन कोर आ, जे अगर उन्हें पहला इस डायरैक्शन च घूमी सी, तां हुण उन्हें इस डायरैक्शन दे विच खुल जाना। उस टॉर्क नूं असीं नाम दिता रीस्टोरिंग टॉर्क। पर यूनिट ट्विस्ट फॉर द मटीरियल ऑफ द सस्पेंशन वायर दैन टाउ डैश इज इक्वल्स टू K। बच्चे फाई तुसी कोई भी एंगल ले सकते हैं कि वो फाई एंगल दे नाल घुम्मिया। पहला किन्ना सी? साइन थीटा। पहला उन्होंने थीटा एंगल दे नाल घुमाया, जदों अपने आप ही वापस रस्सा खुल गया, टॉर्क मतलब कि कॉइल खुल गया, मान लो कि उस टाइम उन्हें एंगल किहड़ा बनाया? फाई एंगल।
सो फाई इदां भी बना सकते हैं, इदां भी बना सकते हैं, ठीक है। सो फाई एंगल दे नाल खुल गया, असी मन लिया कि वो वाला फाई एंगल कितना सी टाउ डैश, क्योंकि बच्चे जिहड़ा टाउ सी दैट इज डिफ्लैक्टिंग टॉर्क, ठीक है, टाउ डैश इज रीस्टोरिंग टॉर्क। क्लियर हो गया। सो टाउ डैश के इक्वल आ जाएगा के फाई। ਇਹਦਾ मतलब फॉर इक्विलिब्रियम ऑफ द कॉयल, क्योंकि सानू पता जिन्ना असी कॉयल नू घुमावांगे उन्नी ही वो वापस आएगी। ਇਹਦਾ मतलब डिफ्लैक्टिंग टॉर्क किहदे इक्वल होएगा, रीस्टोरिंग टॉर्क दे। डिफ्लैक्टिंग टॉर्क साडा दा आंसर कितना आया सी NI/AB, और रीस्टोरिंग फोर्स का आंसर साडा कितना आया के फाई। सो असी दोनों नू इक्वली लिख दिता क्योंकि दोनों बराबर आ। सो इत्थों असी करंट पता करांगे। सो करंट नू इधर पिया रहन दो, NAB ਇਹਦੇ ਪੈਰਾਂ 'ਚ ਲੈ ਜਾਓ। ਸੋ ਸਾਡੇ ਕੋ I ਦਾ ਆਨਸਰ ਆ ਗਿਆ K फाई डिवाइडेड बाय NAB, ठीक है जी। सो फाई एंगल की आ बच्चे हर बारी चेंज हो रहा, K कॉन्सटेंट आ, N नंबर ऑफ टर्न्स जड़ियाँ आ, एक बारी जड़ियाँ जिन्नियां घुमातियां उन्नियां ही वापस खुलणगियां। ਇਹਦਾ मतलब N इज ऑल्सो कॉन्सटेंट, एरिया ते मैगनैटिक फील्ड इज ऑल्सो कॉन्सटेंट। सो असी आ सारे टर्म नू कॉन्सटेंट मान लिया, दैट इज जी की आ गलवैनोमीटर कॉन्सटेंट। क्लियर हो गया। सो वेयर G इज K N डिवाइडेड बाय AB। क्लियर हो गया बच्चे। जी की आ, ਇਹਦਾ मतलब G इज अ कॉन्सटेंट है। सो कॉन्सटेंट ਨੂੰ ਅਸੀਂ डायरैक्टली प्रोपोर्शन ਦੀ फॉर्म ਦੇ ਵਿੱਚ लिख सकते हैं। सो ਅਸੀਂ लिख सकते हैं I डायरैक्टली प्रोपोर्शनल टू phi. So this is I directly proportional to phi. It means the deflection produced is proportional to the current flowing through the galvanometer. So उन्नी ही डिफ्लैक्शन होएगी जिन्ना ज़्यादा जिहड़ा करंट फ्लो होएगा गलवैनोमीटर के अंदर, ठीक है। जे बच्चे करंट घट है, मतलब डिफ्लैक्शन घट होएगी। जे करंट ज़्यादा होएगा तो यदा मतलब गलवैनोमीटर के विच डिफ्लैक्शन भी ज़्यादा होएगी। आ चीज़ क्लियर होगी। सच दैट G हैज़ अ लीनियर स्केल। यदा मतलब जे घट आ, जे करंट घट आ बच्चे डिफ्लैक्शन भी घट आ, ठीक है। जे करंट ज़्यादा हो गया तो डिफ्लैक्शन भी ज़्यादा होगी। जे होर करंट वधा दिता डिफ्लैक्शन होर वध जानी। सो बेसिकली साडा एक बिल्कुल स्ट्रेट ग्राफ बन जाएगा। गल क्लीयर होगी। सो असी ग्राफ नहीं बना के आना एग्जाम दे विच। सो आप सिर्फ इन्ना ही दसना आ कि जी डिफ्लैक्शन प्रोड्यूस हुई आ वो डायरैक्टली प्रोपोर्शनल आ करंट दी। सो मैथमैटिकली असी प्रूफ कर चुके हैं कि वो डायरैक्टली प्रोपोर्शनल आ। उत्थों प्रूफ हो गया कि लीनियर ग्राफ बनेगा, ठीक है, लीनियर स्केल होएगा साडा। नैक्सट इज यूजेस ऑफ गलवैनोमीटर। बच्चे बहुत घट पूछा जाता, कह लो 10% चांस है कि कदे यूजेस पूछ लैन, मतलब घट पूछी जाती है। इट इज़ यूज टू डिटैक्ट इलैक्ट्रिक करंट इन द सर्किट। पहली गल तो इलैक्ट्रिक सर्किट ਦੇ ਵਿੱਚ ਜਿਹੜਾ ਕਰੰਟ ਪਤਾ ਕਰਨ ਦੇ ਲਈ ਅਸੀਂ ਗਲਵੈਨੋਮੀਟਰ ਯੂਜ਼ ਕਰਦੇ ਹਾਂ। ਫੋਰ ਐਗਜ਼ਾਮਪਲ ਬਿਟਸਟੋਨ ਬ੍ਰਿਜ ਬੱਚੇ ਆਪਾਂ ਪੜ੍ਹ ਚੁੱਕੇ ਹਾਂ ਸੈਕੰਡ ਯੂਨਿਟ ਦੇ ਵਿੱਚ, ਤੁਸੀਂ ਉੱਥੇ ਗਲਵੈਨੋਮੀਟਰ ਵਰਡ ਸੁਣਿਆ ਹੋਏਗਾ। ਸੋ ਉਹ ਵਾਲਾ ਗਲਵੈਨੋਮੀਟਰ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ। ਸੈਕੰਡ ਇਜ਼ ਇਟ ਇਜ਼ ਕਨਵਰਟਡ ਟੂ ਐਨ a meter by putting a low resistance across it. So ਇਸ ਤੋਂ ਬਾਅਦ ਵਾਲੇ ਤੋਂ ਨੈਕਸਟ ਆਰਟੀਕਲ ਆ ਬੱਚੇ ਤੁਹਾਨੂੰ ਦੱਸਿਆ ਜਾਏਗਾ ਕਿ ਗਲਵੈਨੋਮੀਟਰ ਅਸੀਂ ਕਿਸ ਤਰ੍ਹਾਂ ਨਾਲ ਕਨਵਰਟ ਕਰ ਸਕਦੇ ਹਾਂ ਅਮੀਟਰ ਦੇ ਵਿੱਚ, ਕਿਸ ਤਰ੍ਹਾਂ ਕਨਵਰਟ ਕਰ ਸਕਦੇ ਹਾਂ ਵੋਲਟਮੀਟਰ ਦੇ ਵਿੱਚ। ਸੋ ਗਲਵੈਨੋਮੀਟਰ ਬੇਸਿਕਲੀ ਅਸੀਂ ਕਨਵਰਟ ਕਰ ਸਕਦੇ ਹਾਂ ਅਮੀਟਰ ਦੇ ਵਿੱਚ ਔਰ ਵੋਲਟਮੀਟਰ ਦੇ ਵਿੱਚ। ਅਸੀਂ ਨੈਕਸਟ ਵੀਡੀਓ ਦੇ ਵਿੱਚ ਸਮਝਦੇ ਹਾਂ ਬੱਚੇ ਆ ਚੀਜ਼, ਠੀਕ ਹੈ। ਇਟ ਇਜ਼ ਯੂਜ਼ਡ ਐਜ਼ ਐਨ ओम मीटर बाय मेकिंग स्पैशल अरेंजमेंट्स। अगर असी स्पैशल अरेंजमेंट्स कीतियां जान तो इनू असी ओम मीटर की तरह भी यूज़ कर सकते हैं। नैक्सट इज दिस इज़ द मोस्ट इंपॉर्टेंट 1 मार्क्स का बच्चे ये नाल लॉन्ग क्वेश्चन के नाल 1 मार्क्स का क्वेश्चन पूछ लिया जाता है। वट इज़ अ रेडियल मैगनैटिक फील्ड। बिल्कुल स्टार्टिंग कंस्ट्रक्शन ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀਗਾ ਕਿ ਤੁਹਾਨੂੰ ਅੱਗੇ ਜਾ ਕੇ ਡਿਟੇਲ ਵਿੱਚ ਦੱਸਦੇ ਹਾਂ ਕਿ ਰੇਡੀਅਲ ਮੈਗਨੈਟਿਕ ਫੀਲਡ ਹੁੰਦਾ ਕੀ ਆ। ਬੱਚੇ ਆ ਹਲਕੀ ਫੁਲਕੀ ਮੈਂ ਡਾਇਗਰਾਮ ਬਣਾ ਦਿੱਤੀ, ਤੁਸੀਂ ਆਹ ਡਾਇਗਰਾਮ ਨਹੀਂ ਬਣਾਣੀ, ਠੀਕ ਹੈ। ਫਿਰ ਮੈਂ ਪ੍ਰੋਪਰ ਡਾਇਗਰਾਮ ਨਹੀਂ ਬੱਚੇ ਇੱਥੇ ਡਰਾ ਕੀਤੀ, ਪ੍ਰੋਪਰ ਕੋਇਲ ਨਹੀਂ ਡਰਾ ਕੀਤੀ, ਜਸਟ ਤੁਹਾਨੂੰ ਸਮਝਾਉਣ ਦੇ ਲਈ ਕਰ ਦਿੱਤਾ, ਬਣਾ ਦਿੱਤੀ ਡਾਇਗਰਾਮ। ਇਸ ਤਰ੍ਹਾਂ ਨਾਲ ਧਿਆਨ ਨਾਲ ਦੇਖੋ, ਇਹਦੇ ਅੰਦਰ ਕੀ ਹੈ, ਇੱਕ ਕੋਰ ਆ, ਠੀਕ ਆ। ਕਿਹੜੀ ਕੋਰ ਆ? ਜਿਹੜੀ ਉੱਪਰੋਂ ਸਿਲੰਡਰੀਕਲ ਆ, इस तरह की कोर होंगी आ। आप डायग्राम दे विच इस तरह का एक रेक्टेंगल जिहा बना देने आ, बट एक्चुअल दे विच इह उपरों की आ गोल आ, जिद्दां एक सैल हुंदा, वड्डा सारा सैल लै लो मोटे वाला, उदां दी एक कोर आ, ठीक है। सो आ की आ तुहाडी सॉफ्ट आयरन कोर। आ कौन है? सॉफ्ट आयरन कोर है। सो इहदे आस पास की आ मैगनेट्स लगे हुए आ। मैगनेट आपां इस तरह ना बना दिते सी कि आ नॉर्थ एंड साउथ पोल है। एक्चुअल दे विच इह वी कनकेव शेप दे विच हुंदे आ,
ठीक है। सो इनू कनकेव शेप दे विच बनावांगे अगर रेडियल आ गया। अगर तुसी गलवैनोमीटर दी डायग्राम बना रहे हैं बच्चे, इट्स योर विश, चाहे स्ट्रेट बनाने हैं बिल्कुल स्ट्रेट बना दो, अगर आ कर्व्ड बनाने हैं तो कर्व्ड बना दो, कर्व्ड बना दोगे तो ज़्यादा बैटर है क्योंकि ये कर्व्ड ही होंदी आ, ठीक है। सो कर्व्ड दे विचकार बच्चे तुहानू मैगनैटिक फील्ड लाइनस दिख रही हैं, ठीक है। आ वालियां मैगनैटिक फील्ड लाइनस नू रेडियल मैगनैटिक फील्ड बोलिया जाता है, ठीक है। सो इनू क्यों रेडियल मैगनैटिक फील्ड बोलिया जाता वो आपां हुण पढ़दे हां। बाय यूजिंग पोल पीसीज ऑफ अ मैगनेट, पोल पीसीज मतलब एक नॉर्थ पोल एंड साउथ पोल, मैगनेट दे असीं दो पोल यूज किते, नॉर्थ एंड साउथ पोल, एंड प्लेसड इन अ सॉफ्ट आयरन सिलेंड्रिकल कोर। सो इन्हां नूं आस-पास रखिया गया, किहदे, एक सॉफ्ट आयरन कोर दे आस-पास रखिया गया। बिटवीन द कनकेव पोल मतलब नॉर्थ पोल एंड साउथ पोल आ बच्चे दोनों की आ कनकेव शेप दे विच आ, ठीक है। कनकेव शेप दे विच वी गेट अ मैगनैटिक फील्ड विद इट्स लाइन ऑफ फोर्स पॉइंटिंग along the radii of the circle। कहंदे तुहानू आ वालियां मैगनैटिक फील्ड लाइनस जिहड़ियां दिख रही हैं, आ वालियां मैगनैटिक फील्ड लाइनस दिख रही हैं, ये जिहड़ियां प्रोड्यूस हो जांदियां आ कॉइल और दो मैगनेट्स दे विचकार, ठीक है। अगे देखो, द plane of the coil rotating in such a field is always parallel to the field। ਜਿਹੜੀਆਂ ਇਹ ਵਾਲੀਆਂ ਲਾਈਨਸ ਹੁੰਦੀਆਂ always parallel ਹੁੰਦੀਆਂ ਆ, ਠੀਕ ਹੈ। ਆਹ ਵਾਲੀ ਲਾਈਨ ਇਹਦੇ ਪੈਰਲਲ ਆ, ਆਹ ਵਾਲੀ ਲਾਈਨ ਇਹਦੇ ਪੈਰਲਲ ਆ, ਦੈਨ ਆਹ ਵਾਲੀ ਲਾਈਨ ਇਹਦੇ ਪੈਰਲਲ ਆ, ਸੋ ਲਾਸਟ ਵਾਲੀ ਲਾਈਨ ਇਹਦੇ ਪੈਰਲਲ ਆ। ਕਲੀਅਰ ਹੋ ਗਿਆ। ਸੋ always parallel lines ਦੀ ਤਰ੍ਹਾਂ ਜਿਹੜੀਆਂ ਆ बनदियां, रोटेशन इस तरीके नाल हुंदी आ। क्लीयर हो गया बच्चे। सेंटर विच सॉफ्ट आयरन आ, साइड ते तुहाडे कनकेव पोल्स आ, दैन सेंटर विच आ वालियां जिहड़ियां लाइनस बनदियां दे आर रेडियल मैगनैटिक फील्ड। क्लीयर हो गया बच्चे, क्योंकि एक रेडियस दे विच बनदी है इस करके इहदा नाम पै गया रेडियल मैगनैटिक फील्ड। एंड दिस इज द मोस्ट इंपॉर्टेंट पार्ट ऑफ गलवैनोमीटर। गलवैनोमीटर दे नाल अलग तो 1 मार्क्स का क्वेश्चन पूछ लिया जाता है। नेक्स्ट देखो, राइट द इंपॉर्टेंस ऑफ रेडियल मैगनैटिक फील्ड। बच्चे कई बार सम टाइम कह लो 20 या 30% चांस होंगे कभी इंपॉर्टेंस पूछ ले जाते हैं कि रेडियल मैगनैटिक फील्ड की इंपॉर्टेंस क्यों आ, क्यों असी इन्हों लैने आ, ठीक है। व्हेन अ रेडियल मैगनैटिक फील्ड इज प्रोवाइडेड इन अ मूविंग coil galvanometer then the plane of coil is always remains parallel। हुणे मैं दस के हटिया किद्दां parallel आ to the direction of magnetic field, हमेशा direction of magnetic field दे parallel हुंदा आ। सो असी की बोलांगे, angle between the normal to the plane of a coil and the magnetic field is always at right angle। सो इदा करके वो हमेशा right angle दे इक्वल होएगा। सो टाउ लिख दिता NI भी साडा टॉर्क जिन्ना प्रोड्यूस होया सी। सो N भी कांस्टेंट, I B भी कांस्टेंट, A भी कांस्टेंट, ਇਹਦਾ मतलब टाउ के डायरेक्टली प्रोपोर्शनल आ गया करंट दे। सो जिन्ना ज़्यादा करंट होएगा उन्नी ज़्यादा डिफ्लैक्शन होएगी। सो लीनियर स्केल कैन बी यूज टू फाइंड अ डिफ्लैक्शन ऑफ द कॉइल। ਜਿਹੜੇ ਵੀਕ ਸਟੂਡੈਂਟ ਆ ਬੱਚੇ ਉਹ ਇਹ ਆ ਵਾਲਾ ਇੰਪੋਰਟੈਂਸ ਛੱਡ ਸਕਦੇ ਆ, ਬਟ ਜੋ ਇੰਟੈਲੀਜੈਂਟ ਸਟੂਡੈਂਟ ਆ ਜਾਂ ਜਿਹੜੇ ਹਾਈ ਸਕੋਰ ਕਰਨਾ ਚਾਹੁੰਦੇ ਆ ਉਹ ਇੰਪੋਰਟੈਂਸ ਜ਼ਰੂਰ ਯਾਦ ਕਰ ਲੈਣ, ਅਦਰਵਾਈਜ਼ ਇੰਪੋਰਟੈਂਸ ਘੱਟ ਪੁੱਛੇ ਜਾਂਦੇ ਐਗਜ਼ਾਮਪਲ ਦੇ ਵਿੱਚ। ਨੈਕਸਟ ਦੇਖੋ, ਸੈਂਸਿਟੀਵਿਟੀ। ਸਿਮਿਲਰਲੀ ਬੱਚੇ ਜਦੋਂ ਲੌਂਗ ਕੁਐਸਚਨ ਆਉਂਦਾ ਹੈ ਗਲਵੈਨੋਮੀਟਰ ਦਾ, ਕਈ ਵਾਰ बच्चे ਜਿਹੜੇ रेडियल मैगनैटिक फील्ड है इंपॉर्टेंस आ, सेंसिटिविटी आ, करंट सेंसिटिविटी आ, वोल्टेज सेंसिटिविटी, ये 1 मार्क्स से अलग तो क्वेश्चन पूछे जाते हैं। कदे भी इदा नहीं हुंदा कि गलवैनोमीटर दे नाल सारियां ही ऑप्शनस पूछ लिया जान, कदे भी सारे नहीं पूछे जाते, इन्हां विचों कोई एक पूछा जाता है, ठीक है। सो देख के घबराना नहीं है कि इन्ना लंबा आर्टिकल नहीं आ बच्चे। जिथे तक लीनियर ग्राफ बनता सी, जिथे लिखा सीगा लीनियर स्केल, सिर्फ उत्थे तक मेन आर्टिकल आ, उत्थे तक तुसी लिखना ही लिखना आ, बाकी सारा पोर्शन तुहाडा जो पूछया होवे सिर्फ ओही पेपर दे विच लिख के आना है। नैक्सट देखो, सेंसिटिविटी की आ। अ गलवैनोमीटर इज सैट टू बी सेंसिटिव। क्यों इनू सेंसिटिव बोलिया जांदा, जिद्दां ही गलवैनोमीटर दे विचों छोटा जिहा करंट, फॉर एग्जाम्पल 0.001 करंट भी पास होया तो गलवैनोमीटर जिहड़ा डिफ्लैक्शन शो कर दिंदा आ। इहदा मतलब बहुत ज़्यादा निक्का जिहा अगर इहदे विच करंट भी, स्मॉल करंट भी पास हुंदा आ तां भी जिहड़ा गलवैनोमीटर तुहानूं रीडिंग शो कर देगा। इफ इट गिव्स अ लार्ज रिफ्लैक्शन even when a small current is passing through it or a small voltage is applied across its end। कि छोटी जी तुसी वोल्टेज भी दिन्ने आ तो छोटा जिहा करंट भी जिहड़ा आ तुहानूं एक लार्ज डिफ्लैक्शन, वो भी तुहानूं प्रॉपर वे नाल करंट दी डिफ्लैक्शन शो करता है। इस करके इनू असीं कह दिंदे आ कि इट इज़ अ सेंसिटिव।
ਨੈਕਸਟ ਦੇਖੋ ਕਰੰਟ ਸੈਂਸਿਟੀਵਿਟੀ ਕੀ ਹੋਏਗੀ, ਇਹਦਾ ਮਤਲਬ ਜਿੱਦਾਂ ਹੀ ਗਲਵੈਨੋਮੀਟਰ ਦੇ ਵਿੱਚ ਕੋਈ ਅਸੀਂ ਯੂਨਿਟ ਕਰੰਟ ਪਾਸ ਕਰਦੇ ਹਾਂ ਤਾਂ ਤੁਹਾਨੂੰ ਕੋਈ ਨਾ ਕੋਈ ਕਰੰਟ ਦੀ ਵੈਲਿਊ ਸ਼ੋ ਕਰ ਦੇਗਾ। ਇਟ ਇਜ਼ ਡਿਫਾਈਨਡ ਐਜ਼ ਡਿਫਲੈਕਸ਼ਨ ਪ੍ਰੋਡਿਊਸਡ ਇਨ ਅ ਗਲਵੈਨੋਮੀਟਰ ਵੈਨ ਅ ਯੂਨਿਟ ਕਰੰਟ flowing through the coil if phi is a deflection produced on passing current I then CS मतलब करंट सेंसिटिविटी ਤੁਸੀਂ ਪੂਰਾ ਲਿਖਣਾ, ਮੈਂ ਸ਼ਾਰਟ ਫਾਰਮ ਦੇ ਵਿੱਚ ਲਿਖ ਦਿੱਤਾ। ਸੋ ਕਰੰਟ ਸੈਂਸਿਟੀਵਿਟੀ ਕਿਹਦੇ ਇਕੁਅਲ ਹੋਏਗਾ, ਫਾਈ ਮਤਲਬ ਜਿੰਨੇ ਐਂਗਲ ਦੇ ਨਾਲ ਗਿਆ, ਕਰੰਟ I ਜਿਹੜਾ ਆ ਉਹ ਕਰੰਟ ਜਿੰਨਾ ਤੁਹਾਡਾ ਪਾਸ ਹੋਇਆ। ਬੱਚੇ ਫਾਈ ਅਸੀਂ ਹੁਣੇ ਕਹਿ ਲਓ ਕਿ ਆਰਟੀਕਲ ਦੇ ਵਿੱਚੋਂ ਆਪਾਂ ਫਾਈ ਨੂੰ ਫਾਈ ਲਿਖ ਦਿੱਤਾ, I ਅਸੀਂ ਹੁਣੇ ਆਰਟੀਕਲ 'ਚ ਸੋਲਵ ਕਰਕੇ ਹਟਿਆ। I ਦੀ ਵੈਲਿਊ ਕਿੰਨੀ ਆ, K ਫਾਈ ਮਲਟੀਪਲਾਈ ਬਾਏ NBA। ਸੋ ਫਾਈ ਦੇ ਨਾਲ ਫਾਈ ਕੈਂਸਲ, ਫਾਈਨਲੀ ਸਾਡੇ ਕੋਲ ਆਂਸਰ ਕਿੰਨਾ ਆ ਗਿਆ, NBA ਡਿਵਾਈਡਡ ਬਾਈ K। ਸੋ ਦਿਸ ਇਜ਼ ਅ करंट sensitivity। Similarly voltage sensitivity ਕੀ ਆ, it is defined as a deflection produced in a galvanometer। ਤੁਸੀਂ ਕੱਲਾ G ਨਹੀਂ ਲਿਖਣਾ, ਤੁਸੀਂ galvanometer ਪੂਰਾ word ਲਿਖਣਾ। when a unit volt is applied across its coil। ਸੋ ਛੋਟਾ ਜਿਹਾ ਡਿਫਲੈਕਸ਼ਨ ਵੀ ਸ਼ੋ ਕਰਦਾ ਗਲਵੈਨੋਮੀਟਰ ਜਦੋਂ ਇੱਕ ਯੂਨਿਟ ਵੋਲਟੇਜ ਪਾਸ ਕੀਤੀ ਜਾਂਦੀ ਕਿਸੇ ਕੋਇਲ ਦੇ ਵਿੱਚੋਂ। ਸੋ ਸੇਮ ਬੱਚੇ ਸੇਮ ਹੋਏਗਾ, ਵੋਲਟੇਜ ਸੈਂਸਿਟੀਵਿਟੀ ਕਿਹਦੇ ਇਕੁਅਲ ਆ, ਫਾਈ ਡਿਵਾਈਡਡ ਬਾਈ ਇੱਥੇ I ਸੀ, ਹੁਣ ਕੀ ਹੋ ਜਾਏਗਾ V ਕਿਹਦੇ ਇਕੁਅਲ ਅਕੋਰਡਿੰਗ ਟੂ ਓਮਸ ਲਾਅ, V ਇਜ਼ ਇਕੁਅਲ ਟੂ IR। ਸੋ ਅਸੀਂ ਪੁੱਟ ਕਰ ਦਿੱਤਾ IR, ਠੀਕ ਹੈ। ਸੋ ਫਾਈ ਕਿਹਦੇ ਇਕੁਅਲ ਆ, ਸੌਰੀ VS ਕਿਹਦੇ ਇਕੁਅਲ ਆ ਗਿਆ, ਫਾਈ ਡਿਵਾਈਡਡ ਬਾਈ IR। ਸੋ I ਦੀ ਵੈਲਿਊ ਕਿੰਨੀ ਆ, I ਦੀ ਵੈਲਿਊ K ਫਾਈ ਡਿਵਾਈਡਡ ਬਾਈ NBA। ਆਹ ਵਾਲਾ R ਨੀਚੇ ਲਿਖਿਆ ਰਹਿਣ ਦਿਓ, ਫਾਈ ਦੇ ਨਾਲ ਫਾਈ ਕੈਂਸਲ, ਫਾਈਨਲੀ ਸਾਡਾ ਆਂਸਰ ਕਿੰਨਾ ਆ ਗਿਆ, NBA ਡਿਵਾਈਡਡ ਬਾਈ KR। ਠੀਕ ਹੈ ਜੀ। ਸੋ ਆ ਤੁਹਾਡਾ ਫਾਈਨਲ ਆਂਸਰ ਸੀ। ਸੋ ਦਿਸ ਇਜ਼ ਦ ਵੋਲਟੇਜ ਸੈਂਸਿਟੀਵਿਟੀ। ਸੋ ਇਹਨਾਂ ਵਿੱਚੋਂ ਬੱਚੇ ਅਗਰ ਕੋਈ ਪਾਰਟ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ, ਤੁਸੀਂ ਸਿਰਫ ਉਹ ਪਾਰਟ ਐਕਸਪਲੇਨ ਕਰਨੇ ਆ ਲਾਸਟ ਦੇ 2-3 ਪੇਜਸ ਦੇ ਵਿੱਚੋਂ। ਅਗਰ ਰੇਡੀਅਲ ਮੈਗਨੈਟਿਕ ਫੀਲਡ ਪੁੱਛੀ ਆ ਤਾਂ ਤੁਸੀਂ ਲਿਖਣਾ, ਅਦਰਵਾਈਜ਼ ਇਹ ਨਹੀਂ ਆ ਕਿ ਤੁਸੀਂ ਲਿਖ ਕੇ ਹੀ ਆਉਂਗੇ। ਠੀਕ ਹੈ ਜੀ। ਸੋ ਅਗਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਤਾਂ ਬੱਚੇ ਪੁੱਛ ਵੀ ਸਕਦੇ ਆ। ਸੋ ਅੱਜ ਦਾ ਆਰਟੀਕਲ ਥੋੜਾ ਲੌਂਗ ਸੀ, ਬਟ ਦਿਸ ਇਜ਼ ਦ ਮੋਸਟ ਇੰਪੋਰਟੈਂਟ ਪਾਰਟ। ਸੋ ਛੋਟੀ ਛੋਟੀ ਡੈਫੀਨੇਸ਼ਨ ਬੱਚੇ ਮੈਂ ਇਸ ਕਰਕੇ ਨਾਲ ਦੇ ਦਿੱਤੀਆਂ ਕਿਉਂਕਿ ਬੱਚੇ ਵਾਰ-ਵਾਰ ਪੁੱਛਦੇ ਆ ਕਿ ਮੈਮ ਇਹ ਇਕੱਲਾ ਕੁਐਸਚਨ ਵੀ ਆ ਸਕਦਾ ਆ, ਕਰੰਟ ਸੈਂਸਿਟੀਵਿਟੀ ਇਕੱਲਾ ਵੀ ਪੁੱਛਿਆ ਜਾ ਸਕਦਾ, ਸੈਂਸਿਟੀਵਿਟੀ ਇਕੱਲਾ ਪੁੱਛਿਆ। ਬੱਚੇ ਸੈਂਸਿਟੀਵਿਟੀ, ਕਰੰਟ ਸੈਂਸਿਟੀਵਿਟੀ, ਵੋਲਟੇਜ ਸੈਂਸਿਟੀਵਿਟੀ ਇਕੱਲਾ ਨਹੀਂ ਪੁੱਛਿਆ ਜਾ ਸਕਦਾ, ਸਿਰਫ ਔਰ ਸਿਰਫ ਗਲਵੈਨੋਮੀਟਰ ਦੇ ਨਾਲ ਹੀ ਪੁੱਛਿਆ ਜਾ ਸਕਦਾ 1 ਮਾਰਕਸ ਦਾ ਕੁਐਸਚਨ। ਬਟ ਰੇਡੀਅਲ ਮੈਗਨੈਟਿਕ ਫੀਲਡ ਐਂਡ ਇੰਪੋਰਟੈਂਸ ਆਫ ਰੇਡੀਅਲ ਮੈਗਨੈਟਿਕ ਫੀਲਡ ਜਿਹੜਾ ਅਲੱਗ ਤੋਂ 1 ਮਾਰਕਸ ਦਾ ਕੁਐਸਚਨ ਪੁੱਛਿਆ ਜਾ ਸਕਦਾ ਆ। ਸੋ ਇਹਨੂੰ ਮੈਂ ਗਲਵੈਨੋਮੀਟਰ ਦੇ ਨਾਲ ਹੀ ਅਟੈਚ ਕਰ ਦਿੱਤਾ ਤਾਂ ਕਿ ਤੁਹਾਨੂੰ ਕਲੀਅਰ ਹੋ ਜਾਵੇ ਕਿ ਗਲਵੈਨੋਮੀਟਰ ਦੇ ਨਾਲ ਕਿਹੜੇ ਸ਼ਾਰਟ ਕੁਐਸਚਨਸ 1 ਮਾਰਕਸ ਦੇ ਕੁਐਸਚਨ ਜਿਹੜੇ ਆ ਸਕਦੇ ਆ। ਠੀਕ ਹੈ ਜੀ। ਅਗਰ ਕਿਸੇ ਨੇ ਕੁਝ ਪੁੱਛਣਾ ਹੋਵੇ ਤਾਂ ਬੱਚੇ ਪੁੱਛ ਸਕਦੇ ਆ। ਥੈਂਕ ਯੂ ਸੋ ਮਚ।